ओम शांति। ਅੱਜ ਸੁਣਦੇ ਹਾਂ 15 ਤਰੀਕ ਦੇ ਸ਼੍ਰੀ ਬਾਬਾ ਦੀ ਸਾਕਾਰ ਮਹਾਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਕਦਮ ਕਦਮ ਤੇ ਜੋ ਹੁੰਦਾ ਹੈ ਉਹ ਕਲਿਆਣਕਾਰੀ ਹੈ। ਇਸ ਡਰਾਮਾ ਵਿੱਚ ਸਭ ਤੋਂ ਵੱਧ ਕਲਿਆਣ ਉਹਨਾਂ ਦਾ ਹੁੰਦਾ ਹੈ ਜੋ ਬਾਪ ਦੀ ਯਾਦ ਵਿੱਚ ਰਹਿੰਦੇ ਨੇ। ਪ੍ਰਸ਼ਨ ਹੈ, ਡਰਾਮਾ ਦੀ ਕਿਸ ਨੂੰਦ ਨੂੰ ਜਾਣਨ ਵਾਲੇ ਬੱਚੇ ਅਪਾਰ ਖੁਸ਼ੀ ਵਿੱਚ ਰਹਿ ਸਕਦੇ ਨੇ? ਉੱਤਰ, ਜੋ ਜਾਣਦੇ ਨੇ ਡਰਾਮਾ ਅਨੁਸਾਰ ਇਸ ਪੁਰਾਣੀ ਦੁਨੀਆ ਦਾ ਵਿਨਾਸ਼ ਹੋਵੇਗਾ, ਨੈਚੁਰਲ ਕੈਲਾਮਿਟੀਜ਼ ਵੀ ਹੋਣਗੀਆਂ, ਪਰ ਸਾਡੀ ਰਾਜਧਾਨੀ ਤਾਂ ਸਥਾਪਨ ਹੋਣੀ ਹੀ ਹੈ। ਇਸ ਵਿੱਚ ਕੋਈ ਕੁਝ ਕਰ ਨਹੀਂ ਸਕਦਾ। ਭਾਵੇਂ ਅਵਸਥਾਵਾਂ ਥੱਲੇ ਉੱਪਰ ਹੁੰਦੀਆਂ ਰਹਿਣਗੀਆਂ, ਕਦੇ ਬਹੁਤ ਉਮੰਗ ਵਿੱਚ, ਕਦੇ ਠੰਡੇ ਠਾਰ ਹੋ ਜਾਵਾਂਗੇ। ਇਸ ਵਿੱਚ ਮੂੰਝਣਾ ਨਹੀਂ ਹੈ। ਸਾਰੀ ਆਤਮਾਵਾਂ ਦਾ ਬਾਪ ਭਗਵਾਨ ਸਾਨੂੰ ਪੜ੍ਹਾ ਰਹੇ ਨੇ, ਇਸ ਖੁਸ਼ੀ ਵਿੱਚ ਰਹਿਣਾ ਹੈ। ਗੀਤ ਹੈ, ਮਹਿਫਿਲ ਵਿੱਚ ਜਲ ਉੱਠੀ ਸ਼ਮਾ। ਓਮ ਸ਼ਾਂਤੀ। ਮਿੱਠੇ ਮਿੱਠੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਚੇਤਨ ਪਰਵਾਨਿਆਂ ਨੂੰ ਬਾਬਾ ਯਾਦ ਪਿਆਰ ਦੇ ਰਹੇ ਨੇ। ਤੁਸੀਂ ਸਭ ਹੋ ਚੇਤਨ ਪਰਵਾਨੇ। ਬਾਪ ਨੂੰ ਸ਼ਮਾ ਵੀ ਕਹਿੰਦੇ ਨੇ, ਪਰ ਉਹਨਾਂ ਨੂੰ ਜਾਣਦੇ ਬਿਲਕੁਲ ਨਹੀਂ। ਸ਼ਮਾ ਕੋਈ ਵੱਡੀ ਨਹੀਂ ਹੈ, ਇੱਕ ਬਿੰਦੀ ਹੈ। ਕਿਸੇ ਦੀ ਬੁੱਧੀ ਵਿੱਚ ਨਹੀਂ ਹੋਵੇਗਾ। ਅਸੀਂ ਆਤਮਾ ਬਿੰਦੀ ਹਾਂ। ਸਾਡੀ ਆਤਮਾ ਵਿੱਚ ਸਾਰਾ ਪਾਠ ਹੈ। ਆਤਮਾ ਤੇ ਪਰਮਾਤਮਾ ਦਾ ਨੌਲੇਜ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਸੀਂ ਬੱਚਿਆਂ ਨੂੰ ਬਾਪ ਨੇ ਆ ਕੇ ਸਮਝਾਇਆ ਹੈ, ਆਤਮਾ ਦਾ ਰਿਅਲਾਈਜ਼ੇਸ਼ਨ ਦਿੱਤਾ ਹੈ। ਪਹਿਲੇ ਪਤਾ ਨਹੀਂ ਸੀ ਕਿ ਆਤਮਾ ਕੀ ਹੈ, ਪਰਮਾਤਮਾ ਕੀ ਹੈ। ਇਸ ਲਈ ਦੇ ਅਭਿਮਾਨ ਦੇ ਕਾਰਨ ਬੱਚਿਆਂ ਵਿੱਚ ਮੋਹ ਵੀ ਹੈ, ਵਿਕਾਰ ਵੀ ਬਹੁਤ ਨੇ। ਭਾਰਤ ਕਿੰਨਾ ਉੱਚਾ ਸੀ, ਵਿਕਾਰ ਦਾ ਨਾਮ ਵੀ ਨਹੀਂ ਸੀ। ਉਹ ਸੀ ਵਾਇਸਲੈਸ ਭਾਰਤ, ਹੁਣ ਹੈ ਵਿਸ਼ੇਸ਼ ਭਾਰਤ। ਕੋਈ ਵੀ ਮਨੁੱਖ ਐਵੇਂ ਨਹੀਂ ਕਹਿਣਗੇ ਜਿਵੇਂ ਬਾਪ ਸਮਝਾਉਂਦੇ ਨੇ। ਅੱਜ ਤੋਂ 5000 ਵਰ੍ਹੇ ਪਹਿਲੇ ਅਸੀਂ ਇਸ ਨੂੰ ਸ਼ਿਵਾਲਿਆ ਬਣਾਇਆ ਸੀ। ਮੈਂ ਹੀ ਸ਼ਿਵਾਲਿਆ ਸਥਾਪਨ ਕੀਤਾ ਸੀ। ਕਿਵੇਂ? ਉਹ ਵੀ ਤੁਸੀਂ ਹੁਣ ਸਮਝ ਰਹੇ ਹੋ। ਤੁਸੀਂ ਜਾਣਦੇ ਹੋ ਕਦਮ ਕਦਮ ਤੇ ਜੋ ਹੁੰਦਾ ਹੈ ਉਹ ਕਲਿਆਣਕਾਰੀ ਹੀ ਹੈ। ਇੱਕ ਇੱਕ ਦਿਨ ਜ਼ਿਆਦਾ ਕਲਿਆਣਕਾਰੀ ਹੈ। ਜੋ ਬਾਪ ਨੂੰ ਚੰਗੀ ਰੀਤੀ ਯਾਦ ਕਰ ਆਪਣਾ ਕਲਿਆਣ ਕਰਦੇ ਰਹਿੰਦੇ ਨੇ। ਇਹ ਹੈ ਹੀ ਕਲਿਆਣਕਾਰੀ ਪੁਰਸ਼ੋਤਮ ਬਣਨ ਦਾ ਯੁੱਗ। ਬਾਪ ਦੀ ਕਿੰਨੀ ਮਹਿਮਾ ਹੈ ਤੁਸੀਂ ਜਾਣਦੇ ਹੋ। ਹੁਣ ਸੱਚੀ ਸੱਚੀ ਭਾਗਵਤ ਚੱਲ ਰਹੀ ਹੈ। ਦੁਆਪਰ ਵਿੱਚ ਜਦ ਭਗਤੀ ਮਾਰਗ ਸ਼ੁਰੂ ਹੁੰਦਾ ਹੈ ਤਾਂ ਪਹਿਲੇ ਪਹਿਲੇ ਤੁਸੀਂ ਹੀ ਹੀਰਿਆਂ ਦਾ ਲਿੰਗ ਬਣਾ ਕੇ ਪੂਜਾ ਕਰਦੇ ਹੋ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ। ਅਸੀਂ ਜਦ ਪੁਜਾਰੀ ਬਣੇ ਸੀ ਤਦ ਮੰਦਰ ਬਣਾਏ ਸੀ, ਹੀਰੇ ਮਾਣਿਕ ਦਾ ਬਣਾਉਂਦੇ ਸੀ। ਉਹ ਚਿੱਤਰ ਤਾਂ ਹੁਣ ਮਿਲ ਨਹੀਂ ਸਕਦੇ। ਇੱਥੇ ਤਾਂ ਇਹ ਲੋਕ ਚਾਂਦੀ ਆਦਿ ਦਾ ਬਣਾ ਕੇ ਪੂਜਾ ਕਰਦੇ ਨੇ। ਇਹੋ ਜਿਹੇ ਪੁਜਾਰੀਆਂ ਦਾ ਮਾਨ ਵੇਖੋ ਕਿੰਨਾ ਹੁੰਦਾ ਹੈ। ਸ਼ਿਵ ਦੀ ਪੂਜਾ ਤਾਂ ਸਭ ਕਰਦੇ ਨੇ ਨਾ, ਪਰ ਅਵਿਅਭਿਚਾਰੀ ਪੂਜਾ ਤਾਂ ਹੈ ਨਹੀਂ। ਇਹ ਵੀ ਬੱਚੇ ਜਾਣਦੇ ਨੇ ਕਿ ਵਿਨਾਸ਼ ਵੀ ਹੋਣ ਵਾਲਾ ਹੈ। ਜ਼ਰੂਰ ਤਿਆਰੀਆਂ ਹੋ ਰਹੀਆਂ ਨੇ। ਨੈਚੁਰਲ ਕੈਲਾਮਿਟੀਜ਼ ਦੀ ਵੀ ਡਰਾਮਾ ਵਿੱਚ ਨੂੰਦ ਹੈ। ਕੋਈ ਕਿੰਨਾ ਵੀ ਮੱਥਾ ਮਾਰੇ, ਤੁਹਾਡੀ ਰਾਜਧਾਨੀ ਤਾਂ ਸਥਾਪਨ ਹੋਣੀ ਹੀ ਹੈ। ਕਿਸੇ ਦੀ ਤਾਕਤ ਨਹੀਂ ਜੋ ਕੁਝ ਕਰ ਸਕੇ। ਬਾਕੀ ਅਵਸਥਾ ਤਾਂ ਉੱਪਰ ਨੀਚੇ ਹੋਣਗੀਆਂ ਹੀ। ਇਹ ਬਹੁਤ ਵੱਡੀ ਕਮਾਈ ਹੈ। ਕਦੇ ਤੁਸੀਂ ਬਹੁਤ ਖੁਸ਼ੀ ਵਿੱਚ, ਚੰਗੇ ਖਿਆਲਾਤਾਂ ਵਿੱਚ ਰਹੋਗੇ, ਕਦੇ ਠੰਡੇ ਪੈ ਜਾਓਗੇ। ਯਾਤਰਾ ਵਿੱਚ ਵੀ ਥੱਲੇ ਉੱਪਰ ਹੁੰਦੇ ਰਹਿੰਦੇ ਨੇ ਨਾ। ਇਸ ਵਿੱਚ ਵੀ ਐਵੇਂ ਹੁੰਦਾ ਹੈ। ਕਦੇ ਤਾਂ ਸਵੇਰੇ ਉੱਠ ਬਾਪ ਨੂੰ ਯਾਦ ਕਰਨ ਨਾਲ ਬਹੁਤ ਖੁਸ਼ੀ ਹੁੰਦੀ ਹੈ। ਬਾਬਾ ਸਾਨੂੰ ਪੜ੍ਹਾ ਰਹੇ ਨੇ। ਵੰਡਰ ਹੈ, ਸਾਰੀ ਆਤਮਾਵਾਂ ਦਾ ਬਾਪ ਭਗਵਾਨ ਸਾਨੂੰ ਪੜ੍ਹਾ ਰਹੇ ਨੇ। ਉਹਨਾਂ ਨੇ ਫਿਰ ਕ੍ਰਿਸ਼ਨ ਨੂੰ ਭਗਵਾਨ ਸਮਝ ਲਿਆ। ਸਾਰੀ ਦੁਨੀਆ ਵਿੱਚ ਗੀਤਾ ਦਾ ਬਹੁਤ ਮਾਨ ਹੈ, ਕਿਉਂਕਿ ਭਗਵਾਨੋਂ ਵਾਚ ਹੈ ਨਾ। ਪਰ ਇਹ ਕਿਸੇ ਨੂੰ ਪਤਾ ਨਹੀਂ ਕਿ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਭਾਵੇਂ ਕਿੰਨੀ ਵੀ ਪੋਜੀਸ਼ਨ ਵਾਲੇ ਵੱਡੇ ਵੱਡੇ ਵਿਦਵਾਨ ਪੰਡਿਤ ਆਦਿ ਨੇ, ਕਹਿੰਦੇ ਨੇ ਗੋਡਫਾਦਰ ਨੂੰ ਯਾਦ ਕਰਦੇ ਹਾਂ, ਪਰ ਉਹ ਕਦੋਂ ਆਇਆ, ਆ ਕੇ ਕੀ ਕੀਤਾ, ਇਹ ਸਭ ਭੁੱਲ ਗਏ ਨੇ। ਬਾਪ ਸਭ ਗੱਲਾਂ ਸਮਝਾਉਂਦੇ ਰਹਿੰਦੇ ਨੇ। ਡਰਾਮਾ ਵਿੱਚ ਸਭ ਨੂੰਦ ਹੈ। ਇਹ ਰਾਵਣ ਰਾਜ ਫਿਰ ਵੀ ਹੋਵੇਗਾ। ਸਾਨੂੰ ਫਿਰ ਆਉਣਾ ਪਏਗਾ। ਰਾਵਣ ਹੀ ਤੁਹਾਨੂੰ ਅਗਿਆਨ ਦੇ ਘੋਰ ਹਨਿਆਰੇ ਵਿੱਚ ਸੁਲਾ ਦਿੰਦਾ ਹੈ।
ਗਿਆਨ ਤਾਂ ਸਿਰਫ ਗਿਆਨ ਸਾਗਰ ਬਾਪ ਹੀ ਦੱਸਦੇ ਨੇ, ਜਿਸ ਨਾਲ ਸਦਗਤੀ ਹੁੰਦੀ ਹੈ। ਸਿਵਾਏ ਬਾਪ ਦੇ ਹੋਰ ਕੋਈ ਸਦਗਤੀ ਕਰ ਨਾ ਸਕੇ। ਸਰਵਦਾ ਸਦਗਤੀ ਦਾਤਾ ਇੱਕ ਬਾਪ ਹੈ। ਗੀਤਾ ਦਾ ਗਿਆਨ ਜੋ ਬਾਪ ਨੇ ਸੁਣਾਇਆ ਸੀ ਉਹ ਫਿਰ ਪ੍ਰਾਇਲੋਪ ਹੋ ਗਿਆ। ਐਵੇਂ ਨਹੀਂ ਕਿ ਗਿਆਨ ਕੋਈ ਪਰੰਪਰਾ ਤੋਂ ਚਲਿਆ ਆਂਦਾ ਹੈ। ਹੋਰਾਂ ਦੇ ਕੁਰਾਨ ਬਾਈਬਲ ਆਦਿ ਚਲੇ ਆਂਦੇ ਨੇ, ਵਿਨਾਸ਼ ਨਹੀਂ ਹੁੰਦੇ। ਤੁਹਾਨੂੰ ਜੋ ਗਿਆਨ ਹੁਣ ਮੈਂ ਦਿੰਦਾ ਹਾਂ, ਐਸਾ ਕੋਈ ਸ਼ਾਸਤਰ ਨਹੀਂ ਬਣਦਾ ਜੋ ਪਰੰਪਰਾ ਅਨਾਦਿ ਹੋ ਜਾਵੇ। ਇਹ ਤਾਂ ਤੁਸੀਂ ਲਿਖਦੇ ਹੋ ਫਿਰ ਖਤਮ ਕਰ ਦਿੰਦੇ ਹੋ। ਇਹ ਤਾਂ ਸਭ ਨੈਚੁਰਲ ਸੜ ਕੇ ਖਤਮ ਹੋ ਜਾਣਗੇ। ਬਾਪ ਨੇ ਕੱਲ ਪਹਿਲੇ ਵੀ ਕਿਹਾ ਸੀ, ਹੁਣ ਵੀ ਤੁਹਾਨੂੰ ਕਹਿ ਰਹੇ ਨੇ। ਇਹ ਗਿਆਨ ਤੁਹਾਨੂੰ ਹੁਣ ਮਿਲਦਾ ਹੈ, ਫਿਰ ਜਾ ਕੇ ਇਸ ਦੀ ਪ੍ਰਲਬਧ ਪਾਉਂਦੇ ਹੋ। ਫਿਰ ਇਸ ਗਿਆਨ ਦੀ ਲੋੜ ਨਹੀਂ ਰਹਿੰਦੀ। ਭਗਤੀ ਮਾਰਗ ਵਿੱਚ ਸਭ ਸ਼ਾਸਤਰ ਨੇ। ਬਾਬਾ ਤੁਹਾਨੂੰ ਕੋਈ ਗੀਤਾ ਪੜ੍ਹ ਕੇ ਨਹੀਂ ਸੁਣਾਉਂਦੇ, ਉਹ ਤਾਂ ਰਾਜ ਯੋਗ ਦੀ ਸਿੱਖਿਆ ਦਿੰਦੇ ਨੇ, ਜਿਸ ਦਾ ਫਿਰ ਭਗਤੀ ਮਾਰਗ ਵਿੱਚ ਸ਼ਾਸਤਰ ਬਣਾਉਂਦੇ ਨੇ ਤਾਂ ਅਗੜਮ ਬਗੜਮ ਕਰ ਦਿੰਦੇ ਨੇ। ਤਾਂ ਤੁਹਾਡੀ ਮੂਲ ਗੱਲ ਇਹ ਹੈ ਕਿ ਗੀਤਾ ਦਾ ਗਿਆਨ ਕਿਸ ਨੇ ਦਿੱਤਾ? ਉਹਨਾਂ ਦਾ ਨਾਮ ਬਦਲੀ ਕਰ ਦਿੱਤਾ। ਹੋਰ ਕਿਸੇ ਦੇ ਵੀ ਨਾਮ ਬਦਲੀ ਨਹੀਂ ਹੋਏ। ਸਭ ਦੇ ਮੁੱਖ ਧਰਮ ਸ਼ਾਸਤਰ ਨੇ ਨਾ। ਇਸ ਵਿੱਚ ਮੁੱਖ ਹੈ ਡਿਟਿਜ਼ਮ, ਇਸਲਾਮਿਜ਼ਮ, ਬੁੱਧਿਜ਼ਮ। ਭਾਵੇਂ ਕਰਕੇ ਕਈ ਕਹਿੰਦੇ ਨੇ ਪਹਿਲੇ ਬੁੱਧਿਜ਼ਮ ਹੈ, ਪਿੱਛੇ ਇਸਲਾਮਿਜ਼ਮ। ਬੋਲੋ, ਇਹਨਾਂ ਗੱਲਾਂ ਨਾਲ ਗੀਤਾ ਦਾ ਕੋਈ ਤਾਲੁਕ ਨਹੀਂ ਹੈ। ਸਾਡਾ ਤਾਂ ਕੰਮ ਹੈ ਬਾਪ ਤੋਂ ਵਰਸਾ ਲੈਣ ਦਾ। ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਨੇ। ਇਹ ਹੈ ਵੱਡਾ ਝਾੜ, ਚੰਗਾ ਹੈ। ਜਿਵੇਂ ਫਲਾਵਰ ਵੇਜ਼ ਹੁੰਦਾ ਨਾ, 3 ਟਿਊਬਾਂ ਨਿਕਲਦੀਆਂ ਨੇ। ਕਿੰਨਾ ਚੰਗੀ ਤਰ੍ਹਾਂ ਸਮਝ ਕੇ ਬਣਾਇਆ ਹੋਇਆ ਝਾੜ ਹੈ। ਕੋਈ ਝੱਟ ਸਮਝ ਜਾਣਗੇ ਕਿ ਅਸੀਂ ਕਿਸ ਧਰਮ ਦੇ ਹਾਂ, ਸਾਡਾ ਧਰਮ ਕਿਸ ਨੇ ਸਥਾਪਨ ਕੀਤਾ। ਇਹ ਦਇਆਨੰਦ, ਅਰਵਿੰਦ ਘੋਸ਼ ਆਦਿ ਤਾਂ ਹੁਣੇ ਹੀ ਹੋ ਕੇ ਗਏ ਨੇ। ਉਹ ਲੋਕੀ ਵੀ ਯੋਗ ਆਦਿ ਸਿਖਾਉਂਦੇ ਨੇ, ਪਰ ਉਹ ਹੈ ਭਗਤੀ ਮਾਰਗ। ਗਿਆਨ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ। ਕਿੰਨੇ ਵੱਡੇ ਵੱਡੇ ਟਾਈਟਲ ਮਿਲਦੇ ਨੇ। ਇਹੀ ਸਭ ਡਰਾਮਾ ਵਿੱਚ ਨੂੰਦ ਨੇ। ਫਿਰ ਵੀ ਹੋਵੇਗਾ 5000 ਵਰਿਆਂ ਤੋਂ ਬਾਅਦ। ਸ਼ੁਰੂ ਤੋਂ ਲੈ ਕੇ ਇਹ ਚੱਕਰ ਕਿਵੇਂ ਚੱਲਿਆ ਹੈ, ਫਿਰ ਕਿਵੇਂ ਰਿਪੀਟ ਹੁੰਦਾ ਰਹਿੰਦਾ ਹੈ, ਤੁਸੀਂ ਜਾਣਦੇ ਹੋ। ਹੁਣ ਦਾ ਪ੍ਰੈਜ਼ੈਂਟ ਫਿਰ ਪਾਸਟ ਹੋ, ਫਿਊਚਰ ਹੋ ਜਾਵੇਗਾ। ਪਾਸਟ, ਪ੍ਰੈਜ਼ੈਂਟ, ਫਿਊਚਰ। ਜੋ ਪਾਸਟ ਹੋ ਜਾਂਦਾ ਹੈ ਉਹ ਫਿਰ ਫਿਊਚਰ ਹੋ ਜਾਂਦਾ ਹੈ। ਇਸ ਸਮੇਂ ਤੁਹਾਨੂੰ ਨੌਲੇਜ ਮਿਲਦੀ ਹੈ, ਫਿਰ ਤੁਸੀਂ ਰਾਜਾਈ ਲੈਂਦੇ ਹੋ। ਇਹਨਾਂ ਦੇਵਤਾਵਾਂ ਦਾ ਰਾਜ ਸੀ ਨਾ ਉਸ ਸਮੇਂ, ਹੋਰ ਕੋਈ ਰਾਜ ਨਹੀਂ ਸੀ। ਇਹ ਵੀ ਇੱਕ ਕਹਾਣੀ ਦੀ ਤਰ੍ਹਾਂ ਦੱਸੋ, ਬੜੀ ਸੁੰਦਰ ਕਹਾਣੀ ਬਣ ਜਾਏਗੀ ਕਿ ਲੌਂਗ ਐਗੋ 5000 ਵਰੇ ਪਹਿਲਾਂ ਇਹ ਭਾਰਤ ਸਤਜੁਗ ਸੀ। ਕੋਈ ਧਰਮ ਨਹੀਂ ਸੀ, ਸਿਰਫ ਦੇਵੀ ਦੇਵਤਾਵਾਂ ਦਾ ਰਾਜ ਸੀ। ਉਹਨਾਂ ਨੂੰ ਸੂਰਜਵੰਸ਼ੀ ਰਾਜ ਕਿਹਾ ਜਾਂਦਾ ਸੀ। ਲਕਸ਼ਮੀ ਨਾਰਾਇਣ ਦਾ ਰਾਜ ਚੱਲਿਆ। 1250 ਵਰੇ ਬੀਤੇ, ਫਿਰ ਉਹਨਾਂ ਨੇ ਰਾਜ ਕੀਤਾ। ਦੂਜੇ ਭਰਾਵਾਂ ਨੂੰ, ਛਤਰੀਆਂ ਨੂੰ ਉਹਨਾਂ ਨੇ ਆਪਣਾ ਰਾਜ ਦੇ ਦਿੱਤਾ। ਫਿਰ ਉਹਨਾਂ ਨੇ ਰਾਜ ਚਲਾਇਆ। ਤੁਸੀਂ ਸਮਝਾ ਸਕਦੇ ਹੋ ਕਿ ਬਾਪ ਨੇ ਆ ਕੇ ਪੜ੍ਹਾਇਆ ਸੀ। ਜੋ ਚੰਗੀ ਤਰ੍ਹਾਂ ਪੜ੍ਹੇ ਉਹ ਸੂਰਜਵੰਸ਼ੀ ਬਣੇ, ਜੋ ਫੇਲ ਹੋ ਗਏ ਉਹਨਾਂ ਦਾ ਨਾਂ ਛਤਰੀਆ ਪੈ ਗਿਆ। ਬਾਕੀ ਲੜਾਈ ਆਦਿ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਨੇ, ਬੱਚੇ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਵਿਕਾਰਾਂ ਤੇ ਜਿੱਤ ਪਾਣੀ ਹੈ। ਬਾਪ ਨੇ ਆਰਡੀਨੈਂਸ ਕੱਢਿਆ ਹੈ, ਫਰਮਾਨ ਕੱਢਿਆ ਹੈ। ਜੋ ਕਾਮ ਤੇ ਜੀਤ ਪਾਣਗੇ ਉਹੀ ਜਗਤ ਜੀਤ ਬਣਨਗੇ। ਪਿੱਛੋਂ ਅੱਧਾ ਕਲਪ ਬਾਅਦ ਫਿਰ ਵਾਮ ਮਾਰਗ ਵਿੱਚ ਡਿੱਗਦੇ ਨੇ। ਉਹਨਾਂ ਦੇ ਵੀ ਚਿੱਤਰ ਨੇ, ਸ਼ਕਲ ਦੇਵਤਾਵਾਂ ਦੀ ਬਣੀ ਹੋਈ ਹੈ। ਰਾਮ ਰਾਜ ਤੇ ਰਾਵਣ ਰਾਜ ਅੱਧਾ ਅੱਧਾ ਹੈ। ਉਹਨਾਂ ਦੀ ਕਹਾਣੀ ਬੈਠ ਬਣਾਉਣੀ ਚਾਹੀਦੀ ਹੈ। ਫਿਰ ਕੀ ਹੋਇਆ, ਫਿਰ ਕੀ ਹੋਇਆ, ਇਹੀ ਸੱਚੀ ਸੱਚੀ ਸਤਨਾਰਾਇਣ ਦੀ ਕਹਾਣੀ ਹੈ। ਸੱਤ ਤਾਂ ਇੱਕ ਬਾਪ ਹੀ ਹੈ ਜੋ ਇਸ ਸਮੇਂ ਆ ਕੇ ਸਾਰੇ ਆਦਮਦ ਅੰਤ ਦੀ ਨੌਲੇਜ ਤੁਹਾਨੂੰ ਦੇ ਰਹੇ ਨੇ, ਜੋ ਹੋਰ ਕੋਈ ਦੇ ਨਹੀਂ ਸਕਦਾ। ਮਨੁੱਖਤਾ ਬਾਪ ਨੂੰ ਜਾਣਦੇ ਹੀ ਨਹੀਂ। ਜਿਸ ਡਰਾਮਾ ਦੇ ਐਕਟਰ ਨੇ ਉਸ ਦੇ ਕ੍ਰੀਏਟਰ ਡਾਇਰੈਕਟਰ ਨੂੰ ਨਹੀਂ ਜਾਣਦੇ ਤਾਂ ਬਾਕੀ ਕਿਸ ਨੂੰ ਜਾਣਨਗੇ। ਹੁਣ ਤੁਹਾਨੂੰ ਬਾਪ ਦੱਸਦੇ ਨੇ ਡਰਾਮਾ ਅਨੁਸਾਰ
ਇਹ ਫਿਰ ਐਵੇਂ ਹੀ ਹੋਵੇਗਾ। ਬਾਪ ਆ ਕੇ ਤੁਹਾਨੂੰ ਬੱਚਿਆਂ ਨੂੰ ਫਿਰ ਪੜ੍ਹਾਉਣਗੇ। ਇੱਥੇ ਦੂਜਾ ਕੋਈ ਹੋਰ ਆ ਨਹੀਂ ਸਕਦਾ। ਬਾਪ ਕਹਿੰਦੇ ਨੇ, ਮੈਂ ਬੱਚਿਆਂ ਨੂੰ ਹੀ ਪੜ੍ਹਾਉਂਦਾ ਹਾਂ, ਕਿਸੇ ਨਵੇਂ ਨੂੰ ਇੱਥੇ ਬਿਠਾ ਨਹੀਂ ਸਕਦੇ। ਇੰਦਰਪ੍ਰਸਥ ਦੀ ਕਹਾਣੀ ਵੀ ਹੈ ਨਾ, ਨੀਲਮ ਪਰੀ ਪੁਖਰਾਜ ਪਰੀ ਨਾ ਹੈ ਨਾ, ਤੁਹਾਡੇ ਵਿੱਚ ਕੋਈ ਹੀਰੇ ਵਰਗੇ ਰਤਨ ਨੇ। ਦੇਖੋ, ਰਮੇਸ਼ ਨੇ ਅਜਿਹੀ ਗੱਲ ਕੱਢੀ ਪ੍ਰਦਰਸ਼ਨੀ ਦੀ, ਜੋ ਸਭ ਦਾ ਵਿਚਾਰ ਸਾਗਰ ਮੰਥਨ ਹੋਇਆ ਤਾਂ ਹੀਰੇ ਵਰਗਾ ਕੰਮ ਕੀਤਾ ਨਾ। ਕੋਈ ਪੁਖਰਾਜ ਹੈ, ਕੋਈ ਕੀ ਹੈ, ਕੋਈ ਤਾਂ ਬਿਲਕੁਲ ਕੁਝ ਨਹੀਂ ਜਾਣਦੇ। ਇਹ ਵੀ ਜਾਣਦੇ ਹੋ ਕਿ ਰਾਜਧਾਨੀ ਸਥਾਪਨ ਹੁੰਦੀ ਹੈ, ਉਸ ਵਿੱਚ ਰਾਜੇ ਰਾਣੀਆਂ ਆਦਿ ਸਭ ਚਾਹੀਦੇ ਨੇ। ਤੁਸੀਂ ਸਮਝਦੇ ਹੋ ਅਸੀਂ ਬ੍ਰਾਹਮਣ ਸ਼੍ਰੀਮਤੇ ਪੜ੍ਹ ਕੇ ਵਿਸ਼ਵ ਦੇ ਮਾਲਿਕ ਬਣਦੇ ਹਾਂ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਮ੍ਰਿਤਿੂ ਲੋਕ ਖਤਮ ਹੋਣਾ ਹੈ। ਇਹ ਬਾਬਾ ਤਾਂ ਹੁਣੇ ਸਮਝਾਉਂਦੇ ਰਹਿੰਦੇ ਨੇ ਕਿ ਮੈਂ ਤਾਂ ਜਾ ਕੇ ਹੁਣ ਬੱਚਾ ਬਣ ਜਾਵਾਂਗਾ। ਬਚਪਨ ਦੀਆਂ ਗੱਲਾਂ ਹੁਣੇ ਹੀ ਸਾਹਮਣੇ ਆ ਰਹੀਆਂ ਨੇ। ਚਲਨ ਵੀ ਬਦਲ ਜਾਂਦੀ ਹੈ। ਐਵੇਂ ਵੀ ਉੱਥੋਂ ਜਦੋਂ ਬੁੱਢੇ ਹੋਣਗੇ ਤਾਂ ਸਮਝਣਗੇ ਹੁਣ ਇਹ ਵਾਨਪ੍ਰਸਥੀ ਸਰੀਰ ਛੱਡ ਅਸੀਂ ਕਿਸ਼ੋਰ ਅਵਸਥਾ ਵਿੱਚ ਚਲੇ ਜਾਵਾਂਗੇ। ਬਚਪਨ ਹੈ ਸਤੋ ਪ੍ਰਧਾਨ ਅਵਸਥਾ। ਲక్ష్ਮੀ ਨਾਰਾਇਣ ਤਾਂ ਯੁਵਾ ਨੇ ਸ਼ਾਦੀ ਕੀਤੇ ਹੋਏ ਨੂੰ ਕਿਸ਼ੋਰ ਅਵਸਥਾ ਥੋੜੀ ਨਾ ਕਹਾਂਗੇ। ਯੁਵਾ ਅਵਸਥਾ ਨੂੰ ਰਜੋ, ਵ੍ਰਿਧ ਅਵਸਥਾ ਨੂੰ ਤਮੋ ਕਹਾਂਗੇ। ਇਸ ਲਈ ਕ੍ਰਿਸ਼ਨ ਦੇ ਨਾਲ ਲਵ ਸਭ ਦਾ ਜ਼ਿਆਦਾ ਰਹਿੰਦਾ ਹੈ। ਹਨ ਤਾਂ ਲక్ష్ਮੀ ਨਾਰਾਇਣ ਵੀ ਉਹੀ, ਪਰੰਤੂ ਮਨੁੱਖ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ। ਕ੍ਰਿਸ਼ਨ ਨੂੰ ਦੁਆਪਰ ਵਿੱਚ, ਲక్ష్ਮੀ ਨਾਰਾਇਣ ਨੂੰ ਸਤਯੁਗ ਵਿੱਚ ਲੈ ਗਏ ਨੇ। ਹੁਣ ਤੁਸੀਂ ਦੇਵਤਾ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਬਾਪ ਕਹਿੰਦੇ ਨੇ, ਕੁਮਾਰੀਆਂ ਨੂੰ ਤਾਂ ਬਹੁਤ ਖੜੇ ਹੋਣਾ ਚਾਹੀਦਾ ਹੈ। ਕੁਆਰੀ ਕੰਨਿਆ, ਅਦਰ ਕੁਆਰੀ, ਦਿਲਵਾੜਾ ਮੰਦਿਰ ਆਦਿ ਜੋ ਵੀ ਨੇ, ਇਹ ਤੁਹਾਡੇ ਹੀ ਐਕਿਊਰੇਟ ਯਾਦਗਾਰ ਨੇ। ਉਹ ਜੜ ਨੇ, ਇਹ ਚੇਤਨ ਹੈ। ਤੁਸੀਂ ਇੱਥੇ ਚੇਤਨ ਵਿੱਚ ਬੈਠੇ ਹੋ, ਭਾਰਤ ਨੂੰ ਸਵਰਗ ਬਣਾ ਰਹੇ ਹੋ। ਸਵਰਗ ਤਾਂ ਇੱਥੇ ਹੀ ਹੋਵੇਗਾ। ਮੂਲ ਵਤਨ, ਸੁਖਮ ਵਤਨ ਕਿੱਥੇ ਨੇ? ਤੁਸੀਂ ਬੱਚਿਆਂ ਨੂੰ ਸਭ ਪਤਾ ਹੈ। ਸਾਰੇ ਡਰਾਮਾ ਨੂੰ ਤੁਸੀਂ ਜਾਣਦੇ ਹੋ। ਜੋ ਪਾਸਟ ਹੋ ਗਿਆ ਉਹ ਫਿਰ ਫਿਊਚਰ ਹੋਵੇਗਾ, ਫਿਰ ਪਾਸਟ ਹੋਵੇਗਾ। ਤੁਹਾਨੂੰ ਕੌਣ ਪੜ੍ਹਾਉਂਦੇ ਨੇ ਇਹ ਸਮਝਾਣਾ ਹੈ। ਸਾਨੂੰ ਭਗਵਾਨ ਪੜ੍ਹਾਉਂਦੇ ਨੇ। ਬਸ ਖੁਸ਼ੀ ਵਿੱਚ ਠੰਡੇ ਠਾਰ ਹੋ ਜਾਣਾ ਚਾਹੀਦਾ ਹੈ। ਬਾਪ ਦੀ ਯਾਦ ਨਾਲ ਸਭ ਘੋਟਾਲੇ ਨਿਕਲ ਜਾਂਦੇ ਨੇ। ਬਾਬਾ ਸਾਡਾ ਬਾਪ ਵੀ ਹੈ, ਸਾਨੂੰ ਪੜ੍ਹਾਉਂਦੇ ਵੀ ਨੇ, ਫਿਰ ਸਾਨੂੰ ਨਾਲ ਵੀ ਲੈ ਜਾਣਗੇ। ਆਪਣੇ ਆਪ ਨੂੰ ਆਤਮਾ ਸਮਝ ਪਰਮਾਤਮਾ ਬਾਪ ਨਾਲ ਅਜਿਹੀਆਂ ਗੱਲਾਂ ਕਰਨੀਆਂ ਨੇ। ਬਾਬਾ ਸਾਨੂੰ ਤਾਂ ਹੁਣ ਪਤਾ ਪਿਆ ਹੈ। ਬ੍ਰਹਮਾ ਦੇ ਵਿਸ਼ਨੂੰ ਦਾ ਵੀ ਪਤਾ ਪੈ ਗਿਆ। ਵਿਸ਼ਨੂੰ ਦੀ ਨਾਭੀ ਵਿੱਚੋਂ ਬ੍ਰਹਮਾ ਨਿਕਲਿਆ। ਹੁਣ ਵਿਸ਼ਨੂੰ ਵਿਖਾਉਂਦੇ ਨੇ ਸ਼ੀਰ ਸਾਗਰ ਵਿੱਚ, ਅਸਲ ਵਿੱਚ ਹੈ ਇੱਥੇ। ਵਿਸ਼ਨੂੰ ਤਾਂ ਹੋਇਆ ਰਾਜ ਕਰਨ ਵਾਲਾ। ਜੇਕਰ ਵਿਸ਼ਨੂੰ ਤੋਂ ਬ੍ਰਹਮਾ ਨਿਕਲਿਆ ਤਾਂ ਜ਼ਰੂਰ ਰਾਜ ਵੀ ਕਰੇਗਾ। ਵਿਸ਼ਨੂੰ ਦੀ ਨਾਭੀ ਵਿੱਚੋਂ ਨਿਕਲਿਆ ਤਾਂ ਉਹ ਬੱਚਾ ਹੋ ਗਿਆ ਕਿ ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਨੇ। ਬ੍ਰਹਮਾ ਹੀ 84 ਜਨਮ ਪੂਰੇ ਕਰਕੇ ਫਿਰ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਨੇ। ਇਹ ਗੱਲਾਂ ਵੀ ਕਈ ਪੂਰੀ ਤਰ੍ਹਾਂ ਸਮਝਦੇ ਨਹੀਂ ਤਾਂ ਉਹ ਖੁਸ਼ੀ ਦਾ ਪਾਰਾ ਵੀ ਚੜੇ, ਪਰ ਖੁਸ਼ੀ ਦਾ ਪਾਰਾ ਚੜਦਾ ਨਹੀਂ ਹੈ। ਗੋਪ ਗੋਪੀਆਂ ਤੁਸੀਂ ਹੋ। ਸਤਯੁਗ ਵਿੱਚ ਥੋੜੀ ਨਾ ਹੋਣਗੇ, ਉੱਥੇ ਤਾਂ ਹੋਣਗੇ ਪ੍ਰਿੰਸ ਪ੍ਰਿੰਸਿਸ। ਗੋਪ ਗੋਪੀਆਂ ਦਾ ਗੋਪੀ ਵੱਲਭ ਹੈ ਨਾ। ਪ੍ਰਜਾਪਿਤਾ ਬ੍ਰਹਮਾ ਹੈ, ਸਭ ਦਾ ਬਾਪ। ਉਹ ਫਿਰ ਸਭ ਆਤਮਾਵਾਂ ਦਾ ਬਾਪ ਹੈ, ਨਿਰਾਕਾਰ ਸ਼ਿਵ। ਇਹ ਸਭ ਨੇ ਮੁੱਖ ਵੰਸ਼ਾਵਲੀ। ਤੁਸੀਂ ਸਭ ਵੀ ਕੇ ਭੈਣ ਭਰਾ ਹੋ ਗਏ। ਕ੍ਰਿਮੀਨਲ ਆਈ ਹੋ ਨਹੀਂ ਸਕਦੀ। ਇਸ ਵਿੱਚ ਮਾਇਆ ਹਾਰ ਖਵਾਉਂਦੀ ਹੈ। ਬਾਪ ਕਹਿੰਦੇ ਨੇ ਹੁਣ ਤੱਕ ਜੋ ਕੁਝ ਪੜਿਆ ਹੈ ਉਸ ਨੂੰ ਬੁੱਧੀ ਤੋਂ ਭੁੱਲ ਜਾਓ। ਜੋ ਮੈਂ ਸੁਣਾਉਂਦਾ ਹਾਂ ਉਹ ਪੜੋ। ਸੀੜੀ ਦਾ ਚਿੱਤਰ ਬੜਾ ਫਸਟ ਕਲਾਸ ਹੈ। ਸਾਰਾ ਮਦਾਰ ਇੱਕ ਗੱਲ ਤੇ ਹੈ। ਗੀਤਾ ਦਾ ਭਗਵਾਨ ਕੌਣ ਹੈ? ਕ੍ਰਿਸ਼ਨ ਨੂੰ ਭਗਵਾਨ ਨਹੀਂ ਕਹਿ ਸਕਦੇ। ਉਹ ਤਾਂ ਸਰਵਗੁਣ ਸੰਪੰਨ ਦੇਵਤਾ ਹੈ। ਉਹਨਾਂ ਦਾ ਨਾਂ ਗੀਤਾ ਵਿੱਚ ਦੇ ਦਿੱਤਾ। ਸਾਂਵਰਾ ਵੀ ਉਹਨਾਂ ਨੂੰ ਬਣਾਇਆ ਹੈ। ਫਿਰ ਲక్ష్ਮੀ ਨਾਰਾਇਣ ਨੂੰ ਵੀ ਸਾਂਵਰਾ ਕਰ ਦਿੰਦੇ ਨੇ। ਕੋਈ ਹਿਸਾਬ ਕਿਤਾਬ ਹੈ ਹੀ ਨਹੀਂ। ਰਾਮਚੰਦਰ ਨੂੰ ਵੀ ਕਾਲਾ ਕਰ ਦਿੰਦੇ। ਬਾਪ ਕਹਿੰਦੇ ਕਾਮ ਚਿਤਾ ਤੇ ਬੈਠਣ ਨਾਲ ਕਾਲਾ ਹੋਇਆ ਹੈ। ਨਾਮ ਕਰਕੇ ਇੱਕ ਦਾ ਹੀ ਲਿਆ ਜਾਂਦਾ ਹੈ। ਤੁਸੀਂ ਸਭ ਬ੍ਰਾਹਮਣ ਹੋ। ਹੁਣ ਤੁਸੀਂ ਗਿਆਨ ਚਿਤਾ ਤੇ ਬੈਠਦੇ ਹੋ। ਸ਼ੂਦਰ
ਕਾਮ ਚਿਤਾ ਤੇ ਬੈਠਦੇ ਨੇ। ਬਾਪ ਕਹਿੰਦੇ ਨੇ ਵਿਚਾਰ ਸਾਗਰ ਮੰਥਨ ਕਰ, ਯੁਕਤੀਆਂ ਕੱਢੋ, ਕਿਵੇਂ ਕਿਸੇ ਨੂੰ ਜਗਾਈਏ। ਜਾਗਣਗੇ ਵੀ ਡਰਾਮਾ ਅਨੁਸਾਰ। ਡਰਾਮਾ ਬੜਾ ਹੌਲੀ ਹੌਲੀ ਚੱਲਦਾ ਹੈ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁਕਤਸਾਰ। ਪਹਿਲੀ ਧਾਰਨਾ ਹੈ, ਸਦਾ ਇਸ ਸਮ੍ਰਿਤੀ ਵਿੱਚ ਰਹਿਣਾ ਹੈ। ਅਸੀਂ ਗੋਪੀ ਵੱਲਭ ਦੀਆਂ ਗੋਪ ਗੋਪੀਆਂ ਹਾਂ। ਇਸ ਸਮ੍ਰਿਤੀ ਵਿੱਚ ਹਮੇਸ਼ਾ ਖੁਸ਼ੀ ਦਾ ਪਾਰਾ ਚੜਿਆ ਰਵੇ। ਦੂਜਾ, ਹੁਣ ਤੱਕ ਜੋ ਕੁਝ ਪੜਿਆ ਹੈ ਉਸ ਨੂੰ ਬੁੱਧੀ ਤੋਂ ਭੁੱਲ ਜੋ ਬਾਪ ਸੁਣਾਉਂਦੇ ਨੇ ਉਹੀ ਪੜਨਾ ਹੈ। ਅਸੀਂ ਭਰਾ ਭੈਣ ਹਾਂ। ਇਸ ਸਮ੍ਰਿਤੀ ਨਾਲ ਕ੍ਰਿਮੀਨਲ ਆਈ ਨੂੰ ਖਤਮ ਕਰਨਾ ਹੈ। ਮਾਇਆ ਤੋਂ ਹਾਰ ਨਹੀਂ ਖਾਣੀ ਹੈ। ਵਰਦਾਨ ਹੈ, ਰਿਐਲਿਟੀ ਦੁਆਰਾ ਰਾਇਲਟੀ ਦਾ ਪ੍ਰਤੱਖ ਰੂਪ ਵਿਖਾਉਣ ਵਾਲੇ ਸਾਖਸ਼ਤਕਾਰ ਮੂਰਤ ਭਵ। ਰਿਐਲਿਟੀ ਦੁਆਰਾ ਰਾਇਲਟੀ ਦਾ ਪ੍ਰਤੱਖ ਰੂਪ ਵਿਖਾਉਣ ਵਾਲੇ ਸਾਖਸ਼ਤਕਾਰ ਮੂਰਤ ਭਵ। ਹੁਣ ਅਜਿਹਾ ਸਮੇਂ ਆਵੇਗਾ ਜਦ ਹਰ ਆਤਮਾ ਪ੍ਰਤੱਖ ਰੂਪ ਵਿੱਚ ਆਪਣੇ ਰਿਐਲਿਟੀ ਦੁਆਰਾ ਰਾਇਲਟੀ ਦਾ ਸਾਖਸ਼ਤਕਾਰ ਕਰਾਏਗੀ। ਪ੍ਰਤੱਖਤਾ ਦੇ ਸਮੇਂ ਮਾਲਾ ਦੇ ਮਨਕੇ ਦਾ ਨੰਬਰ ਤੇ ਭਵਿੱਖ ਰਾਜ ਦਾ ਸਰੂਪ ਦੋਨੋਂ ਹੀ ਪ੍ਰਤੱਖ ਹੋਣਗੇ। ਹੁਣ ਜੋ ਰੇਸ ਕਰਦੇ ਕਰਦੇ ਥੋੜਾ ਜਿਹਾ ਰੀਸ ਦਾ ਧੂਲ ਦਾ ਪਰਦਾ ਚਮਕਦੇ ਹੋਏ ਹੀਰਿਆਂ ਨੂੰ ਛਿਪਾ ਦਿੰਦਾ ਹੈ, ਅੰਤ ਵਿੱਚ ਇਹ ਪਰਦਾ ਹਟ ਜਾਏਗਾ। ਫਿਰ ਛਿਪੇ ਹੋਏ ਹੀਰੇ ਆਪਣੇ ਪ੍ਰਤੱਖ ਸੰਪੰਨ ਸਰੂਪ ਵਿੱਚ ਆਣਗੇ। ਰਾਇਲ ਫੈਮਿਲੀ ਹੁਣ ਤੋਂ ਆਪਣੀ ਰਾਇਲਟੀ ਵਿਖਾਏਗੀ, ਅਰਥਾਤ ਆਪਣੇ ਭਵਿੱਖ ਪਦ ਨੂੰ ਸਪਸ਼ਟ ਕਰੇਗੀ। ਇਸ ਲਈ ਰਿਐਲਿਟੀ ਦੁਆਰਾ ਰਾਇਲਟੀ ਦਾ ਸਾਖਸ਼ਤਕਾਰ ਕਰਾਓ। ਸਲੋਗਨ ਹੈ, ਕਿਸੇ ਵੀ ਵਿਧੀ ਨਾਲ ਵਿਅਰਥ ਨੂੰ ਸਮਾਪਤ ਕਰ ਸਮਰਥ ਨੂੰ ਇਮਰਜ ਕਰੋ। ਕਿਸੇ ਵੀ ਵਿਧੀ ਨਾਲ ਵਿਅਰਥ ਨੂੰ ਸਮਾਪਤ ਕਰ ਸਮਰਥ ਨੂੰ ਇਮਰਜ ਕਰੋ। ਅੱਛਾ, ਓਮ ਸ਼ਾਂਤੀ।